ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਜਸਪ੍ਰੀਤ ਸਿੰਘ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਨੌਜਵਾਨਾਂ ਨੂੰ ਅਗਨੀਪਥ ਯੋਜਨਾ ਤੋਂ ਲਾਭ ਲੈਣ ਲਈ ਅੱਗੇ ਆਉਣ ਵਾਸਤੇ ਆਖਿਆ। ਕੇਂਦਰ ਨੇ ਅਗਨੀਪਥ ਯੋਜਨਾ ਤਹਿਤ ਭਰਤੀ ਦੀ ਉਮਰ ਦੀ ਉੱਪਰਲੀ ਹੱਦ ਇਸ ਸਾਲ ਲਈ 21 ਤੋਂ ਵਧਾ ਕੇ 23 ਸਾਲ ਕੀਤੀ। ਫਾਜ਼ਿਲਕਾ ਜ਼ਿਲ੍ਹੇ ਵਿੱਚ ਨਹਿਰ ਵਿੱਚ ਪਏ ਪਾੜ ਕਾਰਨ ਕਈ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਪੁੱਜਿਆ ਨੁਕਸਾਨ। ਭਾਰਤ ਅਤੇ ਦੱਖਣ ਅਫਰੀਕਾ ਵਿਚਾਲੇ ਚੌਥਾ T20 ਹੁਣ ਤੋਂ ਥੋੜੀ ਦੇਰ ਬਾਅਦ ਰਾਜਕੋਟ ਵਿੱਚ ਹੋਵੇਗਾ ਸ਼ੁਰੂ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਅਗਨੀਪਥ ਯੋਜਨਾ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਨਵੀਂ ਦਿੱਲੀ ਵਿੱਚ ਅੱਜ ਉਹਨਾਂ ਕਿਹਾ ਕਿ ਇਸ ਯੋਜਨਾ ਨਾਲ ਨੌਜਵਾਨਾਂ ਨੂੰ ਬਹੁਤ ਫਾਇਦਾ ਹੋਣਾ ਹੈ ਅਤੇ ਨੌਜਵਾਨਾਂ ਨੂੰ ਅੱਗੇ ਆ ਕੇ ਇਸ ਯੋਜਨਾ ਦਾ ਲਾਭ ਲੈਣਾ ਚਾਹੀਦਾ ਹੈ। ਜਨਰਲ ਮਨੋਜ ਪਾਂਡੇ ਨੇ ਕਿਹਾ ਕਿ ਅਗਨੀਪਥ ਯੋਜਨਾ ਰਾਹੀਂ ਭਰਤੀ ਸੰਬੰਧੀ ਨੋਟੀਫਿਕੇਸ਼ਨ ਅਗਲੇ 2 ਦਿਨਾਂ ਵਿੱਚ ਜਾਰੀ ਕਰ ਦਿੱਤਾ ਜਾਵੇਗਾ। ਇੱਕ ਰਿਪੋਰਟ। ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਸਰਕਾਰ ਵੱਲੋਂ ਇਸ ਸਾਲ ਲਈ ਉੱਪਰਲੀ ਭਰਤੀ ਉਮਰ ਵਿੱਚ ਵਾਧਾ ਕਰਨ ਨੂੰ ਇੱਕ ਸਹੀ ਕਦਮ ਦੱਸਿਆ। तो ये जो गवर्नमेंट ने कल अनाउंसमेंट की है 2 साल एक्सटेंशन या रिलैक्सेशन के लिए, पहले रिक्रूटमेंट साइकिल के लिए, और वन टाइम वेवर दिया है, मुझे लगता है ये अच्छा कदम है। इससे हमारे जितने भी यंग, मोटिवेटेड और एनर्जेटिक युवा थे जिनको किसी कारणवश पिछले 2 साल में कोविड के चलते रिक्रूटमेंट रैली में भाग लेने का या पूरे प्रक्रिया में ख़त्म करने का मौका नहीं मिला था, मुझे लगता है उनके लिए बड़ा अच्छा सुनहरा अवसर है। जहां तक रिक्रूटमेंट प्रक्रिया का सवाल है, इसका शेड्यूल हम जल्दी ही अनाउंस करेंगे और मैं सभी युवाओं को आह्वान करता हूं कि वो इस प्रक्रिया में और इस एज रिलैक्सेशन का पूरा फ़ायदा उठाकर इस प्रक्रिया में भाग लें। ਜਨਰਲ ਪਾਂਡੇ ਮੁਤਾਬਕ ਉਮੀਦਵਾਰਾਂ ਨੂੰ ਤਿਆਰੀ ਤੇ ਰਜਿਸਟ੍ਰੇਸ਼ਨ ਲਈ ਪੂਰਾ ਸਮਾਂ ਦਿੱਤਾ ਜਾਵੇਗਾ। इन सब प्रक्रिया में हम ये सुनिश्चित करेंगे कि जितने भी युवा या जितने भी उम्मीदवार हैं उनको तैयारी के लिए और रजिस्ट्रेशन के लिए दोनों के लिए पर्याप्त समय दिया जाएगा। और अंत में जहां तक अग्निवीर का रिक्रूटमेंट ट्रेनिंग सेंटर में जाने का सवाल है, तकरीबन दिसंबर, इस साल के दिसंबर तक पहला अग्निवीर की ट्रेनिंग रिक्रूट सेंटर में शुरू हो जाएगी। ਹਵਾਈ ਫੌਜ ਦੇ ਮੁਖੀ 에ਅਰ ਚੀਫ ਮਾਰਸ਼ਲ VR ਚੌਧਰੀ ਮੁਤਾਬਕ ਹਵਾਈ ਫੌਜ ਵਿੱਚ ਅਗਨੀਵੀਰ ਭਰਤੀ प्रक्रिया 24 जून ਤੋਂ शुरू हो जाएगी। भारत सरकार ने अग्निपथ योजना की घोषणा की है, जिसके द्वारा नौजवान आर्म फोर्सेस में भर्ती हो सकते हैं। इस योजना में भर्ती की आयु 17.5 से 21 साल रखी गई है। मुझे ये बताते हुए खुशी है कि पहली भर्ती के लिए उम्र की अपर एज लिमिट 23 साल कर दी गई है। इस चेंज से नौजवानों को फायदा होगा। मुझे भरोसा है कि युवा बड़ी संख्या में भर्ती के लिए अप्लाई करेंगे। वायुसेना की भर्ती प्रक्रिया 24 जून से आरंभ होगी। ब्यूरो रिपोर्ट, दूरदर्शन समाचार। ਕੇਂਦਰ ਨੇ ਅਗਨੀਪਥ ਯੋਜਨਾ ਅਧੀਨ ਕੀਤੀ ਜਾਣ ਵਾਲੀ ਭਰਤੀ ਦੀ ਉਮਰ ਦੀ ਉੱਪਰਲੀ ਹੱਦ 2022 ਦੇ ਸਾਲ ਲਈ 21 ਸਾਲ ਤੋਂ ਵਧਾ ਕੇ 23 ਸਾਲ ਕਰ ਦਿੱਤੀ ਹੈ। ਰੱਖਿਆ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਦੇਸ਼ ਦੀਆਂ 3 ਸੈਨਾਵਾਂ ਵਿੱਚ ਭਰਤੀ ਲਈ ਉਮੀਦਵਾਰਾਂ ਦੀ ਉੱਪਰਲੀ ਉਮਰ ਹੱਦ ਨੂੰ ਵਧਾ ਕੇ ਇਸ ਸਾਲ ਲਈ 23 ਸਾਲ ਕਰ ਦਿੱਤਾ ਗਿਆ ਹੈ। ਪਿਛਲੇ 2 ਵਰ੍ਹਿਆਂ ਵਿੱਚ ਕਰੋਨਾ ਕਾਰਨ ਭਰਤੀ ਨਾ ਹੋਣ ਕਰਕੇ ਸਰਕਾਰ ਨੇ ਸਾਲ 2022 ਲਈ ਤਜਵੀਜ਼ ਸ਼ੁਦਾ ਅਗਨੀਪਥ ਦੇ ਭਰਤੀ ਸਾਈਕਲ ਲਈ ਵਨ ਟਾਈਮ ਛੋਟ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ ਅਗਨੀਪਥ ਯੋਜਨਾ ਬਾਰੇ ਕੁਝ ਤੱਥ ਲੋਕਾਂ ਸਾਹਮਣੇ ਰੱਖੇ ਨੇ। ਇਹਨਾਂ ਰਾਹੀਂ ਯੋਜਨਾ ਦੀ ਸਹੀ ਜਾਣਕਾਰੀ ਦਿੱਤੀ ਗਈ ਹੈ।
ਪੰਜਾਬ ਦੇ ਨੌਜਵਾਨਾਂ ਸਮੇਤ ਹੋਰਨਾਂ ਵਰਗਾਂ ਵੱਲੋਂ ਅਗਨੀਪਥ ਯੋਜਨਾ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਪ੍ਰਸਾਰ ਭਾਰਤੀ ਦੇ ਪੱਤਰਕਾਰ ਨੇ ਨੌਜਵਾਨਾਂ ਤੇ ਹੋਰਨਾਂ ਲੋਕਾਂ ਨਾਲ ਇਸ ਯੋਜਨਾ ਬਾਰੇ ਗੱਲਬਾਤ ਕੀਤੀ। ਉਹਨਾਂ ਨੂੰ ਇੱਕ ਮੌਕਾ ਮਿਲ ਰਿਹਾ ਆਰਮੀ 'ਚ ਸੇਵਾ ਕਰਨ ਦਾ। ਉਹਨਾਂ ਦੇਸ਼ ਵਾਸਤੇ ਹੀ ਬਹੁਤ ਵਧੀਆ ਰਹੇਗਾ ਤੇ ਪਲੱਸ ਉਹਨਾਂ ਵਾਸਤੇ ਹੀ ਬਹੁਤ ਵਧੀਆ ਰਹੇਗਾ। ਇਹ ਨਾਲ ਕੀ ਹੋਏਗਾ ਕਿ ਆਪਣੀ ਜਿਹੜੀ ਯੰਗਸਟਰ ਜਿੰਨੀ ਵੀ ਹੈਗੀ ਆ ਉਹਨਾਂ ਨੂੰ ਇੱਕ ਵੈਪਨ ਚਲਾਉਣ ਦੀ ਟ੍ਰੇਨਿੰਗ ਮਿਲ ਜੇਗੀ। ਠੀਕ ਹੈ ਜੀ। ਤੇ ਉਹਨਾਂ ਨਾਲ ਕਿ ਆਉਣ ਵਾਲੇ ਫਿਊਚਰ 'ਚ ਜੇ ਕੋਈ ਇਦਾਂ ਦਾ ਹਾਦਸਾ ਹੁੰਦਾ ਜਿਸ 'ਚ ਆਰਮੀ ਦੀ ਲੋੜ ਪੈਂਦੀ ਹੈ ਆਪਣੀ ਗੌਰਮੈਂਟ ਨੂੰ, ਤਾਂ ਉਹ ਹਮੇਸ਼ਾ ਪਹਿਲਾਂ ਹੀ ਰੈਡੀ ਰਹੇਗੀ ਕਿਉਂਕਿ ਉਹਨਾਂ ਨੂੰ ਵੈਲ ਟ੍ਰੇਨਡ ਬੰਦੇ ਮਿਲਣਗੇ ਪਹਿਲਾਂ ਹੀ। ਜਿੰਨੇ ਵੀ ਯੁਵਾ ਨੇ ਜਿਹੜੇ ਫੌਜ ਦੇ ਵਿੱਚ ਜਾਣ ਦੇ ਇੱਛੁਕ ਨੇ ਉਹਨਾਂ ਨੂੰ ਇੱਕ ਮੌਕਾ ਮਿਲਦਾ ਹੈ ਅਤੇ ਉਹਨਾਂ ਦਾ ਬੇਸ ਬਣਾਇਆ ਜਾਂਦਾ ਹੈ ਕਿ ਆਰਮੀ ਦੇ ਜਿਹੜੇ ਆਲਰੇਡੀ ਡਿਪਿਊਟਿਡ ਅਫਸਰ ਨੇ ਉਹਨਾਂ ਵਰਗੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪਲੱਸ ਸੈਲਰੀ ਵੀ ਅੱਛੀ ਮਿਲ ਰਹੀ ਹੈ ਜਿਸ 'ਚ 30 ਤੋਂ 40 ਹਜ਼ਾਰ ਰੁਪਏ ਇਹਨਾਂ ਦੀ ਸੈਲਰੀ ਹੈ। ਪਲੱਸ 4 ਸਾਲਾਂ ਦੀ ਜੌਬ ਤੋਂ ਬਾਅਦ ਮੈਚਿਓਰਿਟੀ ਅਮਾਊਂਟ ਵੀ 12-15 ਲੱਖ ਰੁਪਏ ਇੱਕ ਲਮਸਮ ਅਮਾਊਂਟ ਵੀ ਉਹਨਾਂ ਨੂੰ ਮਿਲ ਰਹੀ ਹੈ। ਪਲੱਸ ਇਹਦੇ ਵਿੱਚ ਇੰਸ਼ੋਰੈਂਸ ਵੀ ਉਹਨਾਂ ਨੂੰ ਹੈਗੀ ਹੈ, 50 ਲੱਖ ਰੁਪਏ ਦੀ ਇੰਸ਼ੋਰੈਂਸ ਹੈਗੀ ਹੈ ਕਿ ਕੱਲ੍ਹ ਨੂੰ ਕੋਈ 19 ਗੱਲ ਹੋ ਜਾਂਦੀ ਹੈ ਤੇ ਉਹਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਉਹ ਅਮਾਊਂਟ ਦਿੱਤੀ ਜਾਏਗੀ। ਤੇ ਸਰਕਾਰ ਬੜੀ ਅੱਛੀ ਯੋਜਨਾ ਲੈ ਕੇ ਆਈ ਹੈ ਤੇ ਮੈਂ ਹੀ ਆਸ਼ਾ ਕਰਦਾ ਹਾਂ ਕਿ ਸਰਕਾਰ ਇਹੋ ਜਿਹੀ ਯੋਜਨਾ ਲਿਆਂਦੇ ਰਹੇ ਜਿਹਦੇ ਕਰਕੇ ਸਾਡੇ ਯੁਵਾ ਜਿੰਨੇ ਵੀ ਲੋਕ ਨੇ, ਯੁਵਾ ਜਨਰੇਸ਼ਨ ਹੈ, ਉਹਨਾਂ ਨੂੰ ਮੌਕਾ ਮਿਲੇ ਤੇ ਉਹ ਆਰਮੀ ਦੇ ਵਿੱਚ ਆਪਣਾ ਸਹਿਯੋਗ ਦੇਣ ਤੇ ਆਪਣੇ ਦੇਸ਼ ਦੇ ਨੂੰ ਅੱਗੇ ਲੈ ਕੇ ਆਉਣ। ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ-ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਉੜੀਆ ਸਮਾਜ ਸੁਧਾਰਕ ਉਤਕਲ ਮਨੀ ਗੋਪਾਬੰਧੂ ਦਾਸ, ਸੁਤੰਤਰਤਾ ਸੈਨਾਨੀਆਂ ਮਣੀ ਪ੍ਰਭਾਪਤੀ ਨਾਮਦੇਵ ਅਤੇ ਰਾਣੀ ਲక్ష్ਮੀ ਬਾਈ ਦੀ ਸਹਿਯੋਗੀ ਮੁੰਦਰਾ ਬਾਰੇ ਜਾਣਕਾਰੀ ਦੇ ਰਹੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਯਾਦ ਕਰ ਰਹੇ ਹਾਂ ਉੜੀਆ ਸਮਾਜ ਸੁਧਾਰਕ ਉਤਕਲ ਮਨੀ ਗੋਪਾਬੰਧੂ ਦਾਸ ਨੂੰ, ਜਿਨ੍ਹਾਂ ਦਾ 17 ਜੂਨ 1928 ਨੂੰ ਦੇਹਾਂਤ ਹੋਇਆ ਸੀ। ਉਨ੍ਹਾਂ ਦਾ ਛੂਤ-ਛਾਤ ਵਿਰੁੱਧ ਧਰਮ ਯੁੱਧ, ਵਿਧਵਾ ਔਰਤ ਦੇ ਮੁੜ ਤੋਂ ਵਿਆਹ ਦੀ ਹਿਮਾਇਤ, ਸਾਖਰਤਾ ਵਿਸ਼ੇਸ਼ ਤੌਰ ਤੇ ਕਿੱਤਾਮੁਖੀ ਸਿਖਲਾਈ ਲਈ ਅਭਿਆਨ ਅਤੇ ਸਭ ਤੋਂ ਵੱਧ ਗਰੀਬਾਂ ਅਤੇ ਨਿਰ-ਆਸਰਿਆਂ ਪ੍ਰਤੀ ਉਨ੍ਹਾਂ ਦੀ ਦਇਆ ਨੇ ਉਨ੍ਹਾਂ ਨੂੰ ਅਮਰ ਕਰ ਦਿੱਤਾ। ਗੋਪਾਬੰਧੂ ਦਾਸ ਦਾ ਜਨਮ 9 ਅਕਤੂਬਰ 1877 ਨੂੰ ਉੜੀਸਾ ਵਿੱਚ ਪੁਰੀ ਨੇੜੇ ਸੁਆਨੋ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ ਡੈਕਨ ਐਜੂਕੇਸ਼ਨ ਸੁਸਾਇਟੀ ਤੋਂ ਪ੍ਰੇਰਿਤ ਹੋ ਕੇ 1909 ਵਿੱਚ ਸਖੀ ਗੋਪਾਲ ਵਿਖੇ ਸਤਿਆ ਬੋਡੀ ਹਾਈ ਸਕੂਲ ਦੀ ਸਥਾਪਨਾ ਕੀਤੀ। ਇਸ ਤਰ੍ਹਾਂ ਸੰਚਾਲਨ ਗੈਰ ਸੰਪਰਦਾਇਕ ਆਧਾਰ ਤੇ ਉਦਾਰ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਗੁਰੂਕੁਲ ਰਵਾਇਤ ਅਨੁਸਾਰ ਕੀਤਾ ਗਿਆ। ਗੋਪਾਬੰਧੂ 1920 ਵਿੱਚ ਉਤਕਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪਹਿਲੇ ਪ੍ਰਧਾਨ ਬਣੇ ਅਤੇ 1928 ਤੱਕ ਇਸ ਅਹੁਦੇ ਤੇ ਰਹੇ। ਉਨ੍ਹਾਂ ਨੇ 1921 ਵਿੱਚ ਪ੍ਰਾਂਤ ਵਿੱਚ ਆਉਣ ਤੇ ਗਾਂਧੀ ਜੀ ਦਾ ਸਵਾਗਤ ਕੀਤਾ। ਗੋਪਾਬੰਧੂ ਨੂੰ 1922 ਵਿੱਚ 2 ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਅਤੇ ਗ੍ਰਿਫਤਾਰ ਕਰ ਲਿਆ ਗਿਆ। ਉਹ ਅਪ੍ਰੈਲ 1928 ਵਿੱਚ ਲੋਕ ਸੇਵਕ ਮੰਡਲ ਦੇ ਆਲ ਇੰਡੀਆ ਸਰਵ ਭਾਰਤੀ ਉਪ ਪ੍ਰਧਾਨ ਬਣੇ। ਲਾਹੌਰ ਵਿੱਚ ਇੱਕ ਸੁਸਾਇਟੀ ਦੀ ਮੀਟਿੰਗ ਵਿੱਚ ਹਿੱਸਾ ਲੈਣ ਦੌਰਾਨ ਉਹ ਬਿਮਾਰ ਹੋ ਗਏ ਅਤੇ 17 ਜੂਨ 1928 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਸ ਮਹਾਨ ਸ਼ਖਸੀਅਤ ਨੂੰ ਸਾਡਾ ਨਮਨ। ਅਸੀਂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਸੁਤੰਤਰਤਾ ਅੰਦੋਲਨ ਨਾਲ ਜੁੜੇ ਮਨੀ ਨੂੰ ਵੀ ਯਾਦ ਕਰਦੇ ਹਾਂ, ਜਿਨ੍ਹਾਂ ਦਾ ਦੇਹਾਂਤ 17 ਜੂਨ 1919 ਨੂੰ ਹੋਇਆ ਸੀ। ਉਹ ਰੋਲੀਟ ਕਾਨੂੰਨ ਦੇ ਵਿਰੁੱਧ ਲਈ ਮਹਾਤਮਾ ਗਾਂਧੀ ਦੀ ਰਾਸ਼ਟਰਵਿਆਪੀ ਹੜਤਾਲ ਦੇ ਸੱਦੇ ਤੇ 6 ਅਪ੍ਰੈਲ 1919 ਨੂੰ ਕੀਤੀ ਗਈ ਹੜਤਾਲ ਵਿੱਚ ਸਰਗਰਮ ਰੂਪ ਵਿੱਚ ਸ਼ਾਮਲ ਸਨ। ਮਣੀ ਉੱਪਰ ਸਾਰਜੈਂਟ ਰਾਲੈਂਡ ਦੀ ਹੱਤਿਆ ਦਾ ਇਲਜ਼ਾਮ ਲਗਾਇਆ ਗਿਆ ਸੀ। 17 ਜੂਨ 1919 ਨੂੰ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ। ਇਸ ਮਹਾਨ ਬਲੀਦਾਨੀ ਨੂੰ ਸਾਡੀ ਭਾਵਭਿੰਨੀ ਸ਼ਰਧਾਂਜਲੀ। ਅਸੀਂ ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਰਹਿਣ ਵਾਲੀ ਸੁਤੰਤਰਤਾ ਸੈਨਾਨੀ ਪ੍ਰਭਾਪਤੀ ਨਾਮਦੇਵ ਨੂੰ ਵੀ ਯਾਦ ਕਰ ਰਹੇ ਹਾਂ। ਉਨ੍ਹਾਂ ਨੇ ਅਪ੍ਰੈਲ 1932 ਵਿੱਚ ਸਿਵਲ ਨਾ ਫੁਰਮਾਨੀ ਅੰਦੋਲਨ ਵਿੱਚ ਹਿੱਸਾ ਲਿਆ ਅਤੇ ਕਈ ਹੋਰ ਮਹਿਲਾਵਾਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜਬਲਪੁਰ ਦੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਢਾਹੇ ਗਏ ਜ਼ੁਲਮਾਂ ਕਾਰਨ 17 ਜੂਨ 1932 ਨੂੰ ਉਨ੍ਹਾਂ ਦੀ ਜੇਲ੍ਹ ਵਿੱਚ ਹੀ ਮੌਤ ਹੋ ਗਈ। ਦੇਸ਼ ਦੀ ਇਸ ਬਹਾਦਰ ਬੇਟੀ ਨੂੰ ਸਾਡਾ ਨਮਨ। ਅੱਜ ਅਸੀਂ ਰਾਣੀ ਲక్ష్ਮੀ ਬਾਈ ਦੀ ਸਹਿਯੋਗੀ ਮੁੰਦਰਾ ਨੂੰ ਵੀ ਯਾਦ ਕਰਦੇ ਹਾਂ।
ਉੱਤਰ ਪ੍ਰਦੇਸ਼ ਵਿੱਚ ਝਾਂਸੀ ਦੀ ਵਸਨੀਕ ਮੁੰਦਰਾ 1857 ਵਿੱਚ ਭਾਰਤ ਦੀ ਸੁਤੰਤਰਤਾ ਦੀ ਪਹਿਲੀ ਲੜਾਈ ਵਿੱਚ ਸ਼ਾਮਲ ਹੋਈ ਅਤੇ ਰਾਣੀ ਲక్ష్ਮੀ ਬਾਈ ਦੀ ਕਮਾਂਡ ਵਿੱਚ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ। ਉਨ੍ਹਾਂ ਨੇ ਝਾਂਸੀ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ਜਿਵੇਂ ਕਿ ਕੁੰਚ, ਕਾਲਪੀ ਅਤੇ ਗਵਾਲੀਅਰ ਤੋਂ ਅੰਗਰੇਜ਼ਾਂ ਨੂੰ ਖਦੇੜਨ ਦੀਆਂ ਕਾਰਵਾਈਆਂ ਵਿੱਚ ਹਿੱਸਾ ਲਿਆ। ਹਾਲਾਂਕਿ ਅੰਗਰੇਜ਼ਾਂ ਨੇ ਮੁਕਾਬਲਾ ਕੀਤਾ ਤੇ 1858 ਵਿੱਚ ਝਾਂਸੀ ਪਹੁੰਚੇ। ਮੁੰਦਰਾ ਨੇ ਗਵਾਲੀਅਰ ਵਿੱਚ ਅੰਗਰੇਜ਼ਾਂ ਵਿਰੁੱਧ ਲੜਦੇ ਹੋਇਆ ਆਪਣੀ ਜਾਨ ਦੇ ਦਿੱਤੀ ਅਤੇ 17 ਜੂਨ 1858 ਨੂੰ ਗਵਾਲੀਅਰ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਧਰਤੀ ਦੀ ਇਸ ਵੀਰ ਨਾਰੀ ਨੂੰ ਸਾਡਾ ਨਮਨ। ਅਸੀਂ ਸ਼ਹੀਦ ਅੱਟਾ ਮੁਹੰਮਦ ਨੂੰ ਵੀ ਯਾਦ ਕਰਦੇ ਹਾਂ, ਜਿਨ੍ਹਾਂ ਨੇ 1857 ਵਿੱਚ ਸੁਤੰਤਰਤਾ ਦੀ ਪਹਿਲੀ ਲੜਾਈ ਵਿੱਚ ਹਿੱਸਾ ਲਿਆ ਸੀ। ਇੱਕ ਮੁਕਾਬਲੇ ਦੌਰਾਨ ਕੰਪਨੀ ਦੇ ਸੈਨਿਕਾਂ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਅੰਗਰੇਜ਼ ਅਧਿਕਾਰੀਆਂ ਵਿਰੁੱਧ ਬਗਾਵਤ ਕਰਨ ਦੇ ਲਈ ਉਨ੍ਹਾਂ ਤੇ ਮੁਕੱਦਮਾ ਚਲਾਇਆ ਗਿਆ। ਅੱਟਾ ਮੁਹੰਮਦ ਨੂੰ 1857 ਵਿੱਚ ਜ਼ਿੰਦਗੀ ਭਰ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। 17 ਜੂਨ 1858 ਨੂੰ ਸੈਲੂਲਰ ਜੇਲ੍ਹ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਦੇਸ਼ ਦੇ ਇਸ ਵੀਰ ਸਪੁੱਤਰ ਨੂੰ ਸਾਡਾ ਨਮਨ। ਫਾਜ਼ਿਲਕਾ ਜ਼ਿਲ੍ਹੇ ਵਿੱਚ ਰਾਮਸਰਾ ਮਾਈਨਰ, ਆਜ਼ਮਵਾਲਾ ਮਾਈਨਰ ਅਤੇ ਧਰਾਂਗਵਾਲਾ ਲਾਗਿਓਂ ਲੰਘਦੀ ਨਹਿਰ ਵਿੱਚ ਪਾੜ ਪੈਣ ਕਾਰਨ ਇਲਾਕੇ ਦੇ ਕਈ ਪਿੰਡਾਂ ਦੇ ਕਿਸਾਨਾਂ ਦੀ ਚਿੰਤਾ ਵੱਧ ਗਈ ਏ। ਇਸ ਪਾੜ ਨਾਲ ਖੇਤਾਂ ਵਿੱਚ ਆਏ ਪਾਣੀ ਨੇ ਖੜੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਏ। ਪਾੜ ਨੂੰ ਦੇਖਦਿਆਂ ਨਹਿਰਾਂ ਵਿੱਚ ਪਾਣੀ ਦੀ ਸਪਲਾਈ ਬੰਦ ਕਰਵਾ ਦਿੱਤੀ ਗਈ ਏ ਅਤੇ ਮੌਕੇ ਤੇ ਪੁੱਜੀਆਂ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਨਹਿਰਾਂ ਨੂੰ ਬੰਨ੍ਹਣ ਦਾ ਕੰਮ ਕੀਤਾ ਜਾ ਰਿਹਾ ਏ। ਇਲਾਕੇ ਦੇ ਕਿਸਾਨਾਂ ਦਾ ਕਹਿਣਾ ਏ ਕਿ ਬੀਤੇ ਕੁਝ ਦਿਨਾਂ ਤੋਂ ਉਹਨਾਂ ਨੇ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਰਾਜਸਥਾਨ ਨੂੰ ਜਾਣ ਵਾਲੇ ਸਾਰੇ ਰਾਹ ਬੰਦ ਕੀਤੇ ਹੋਏ ਨੇ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਏ ਅਤੇ ਇਹ ਧਰਨਾ ਚੁਕਵਾਉਣ ਲਈ ਹੀ ਪ੍ਰਸ਼ਾਸਨ ਨੇ ਮਾਈਨਰ ਤੋੜੀਆਂ ਨੇ। ਇਹ ਬਾਈ ਜੀ ਨਹਿਰ ਤੋੜੀ ਗਈ ਹੈ, ਟੁੱਟੀ ਨਹੀਂ ਹੈ ਜੀ। ਇਹ ਲੰਬੀ ਚ ਪਾਣੀ ਛੱਡਣ ਕਰਕੇ ਮਹਿਕਮੇ ਨੇ ਖੁਦ ਤੜਵਾਈ ਹੈ ਧਰਨੇ ਕਰਕੇ ਵੀ ਇੱਥੋਂ ਨਹਿਰ ਟੁੱਟ ਜੂਗੀ, ਅਸੀਂ ਉਧਰ ਪਾਣੀ ਛੱਡ ਦਿਆਂਗੇ। ਸਾਡੇ ਬਾਗ ਖਤਮ ਹੋ ਗਏ ਆ, ਰਹਿੰਦਾ ਖੁੰਦਾ ਹੁਣ ਖਤਮ ਹੋ ਜਾਏਗਾ। ਇਹਨਾਂ ਨੇ ਬਿਲਕੁਲ ਖੁਦ ਮਹਿਕਮੇ ਨੇ ਤੜਵਾਈ ਹੈ ਜੀ। ਅਸੀਂ ਤਾਂ ਅੱਗੇ ਮਰੇ ਪਏ ਜੀ, ਪਾਣੀ ਇੱਕ ਵਾਰੀ ਲੱਗੀ ਹੈ, ਦੂਜੀ ਵਾਰੀ ਅੱਜ ਰਾਤ ਸ਼ਾਮ ਨੂੰ ਵਾਰੀ 4 ਵਜੇ ਨਹਿਰ ਟੁੱਟ ਗਈ। ਕੀ ਕਰੀਏ ਦੱਸੋ? ਹਨੇਰੀ ਦਾ ਬਹਾਨਾ ਮਾਰਿਆ ਜੀ, ਹਨੇਰ ਆ ਗਿਆ, ਹਨੇਰ ਕਿੱਡਾ ਤਗੜਾ ਆ ਗਿਆ ਜੀ। ਨੇ ਕਿਸਾਨਾਂ ਨੂੰ ਅਫਸਰ ਵਿੱਚ ਲੜਾਉਣ ਵਾਸਤੇ ਇਹ ਸਾਰੀ ਸਾਜ਼ਿਸ਼ ਕੀਤੀ ਹੈਗੀ। ਇਹ ਜਿਹੜਾ ਰਾਮਸਰਾ ਮਾਈਨਰ ਜਿਹੜੀ ਨਹਿਰ ਦੀ ਕਟਾਵ ਆਇਆ ਹੈਗਾ, ਇਹ ਕਟਾਵ ਕਿਸੇ ਤਰੀਕੇ ਨਾਲ ਨਹੀਂ ਆ ਸਕਦਾ ਸੀਗਾ, ਪਰ ਪ੍ਰਸ਼ਾਸਨ ਨੇ ਵੀ ਕਿਸਾਨਾਂ ਦੇ ਅਫਸਰੀ ਦੇ ਵਿੱਚ ਟਕਰਾਉਣ ਵਾਸਤੇ ਵੀ ਇਹ ਰਾਮਸਰਾ ਮਾਈਨਰ ਤੋੜ ਦਿਓ, ਅਗਲੇ ਇਹ ਹੀ ਕਿਸਾਨ ਬੈਠੇ ਟੇਲਾਂ ਵਾਲੇ ਤੇ ਉਹਨਾਂ ਨੂੰ ਉੱਥੋਂ ਧਰਨਿਆਂ 'ਚੋਂ ਖੜਿਆ ਕੀਤਾ ਜਾਵੇ। ਪਠਾਨਕੋਟ ਜ਼ਿਲ੍ਹੇ ਦੇ ਪੋਆ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਨਕਾਰ ਜੋਗਿੰਦਰਪਾਲ ਨੂੰ ਤਾਰਾਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪਠਾਨਕੋਟ ਤੋਂ ਸਾਡੇ ਪੱਤਰਕਾਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋਗਿੰਦਰਪਾਲ ਤੇ ਬੀਤੇ ਦਿਨੀ ਮਾਈਨਿੰਗ ਮਹਿਕਮੇ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਉਹਨਾਂ ਦੀ ਇਲਾਕੇ ਵਿੱਚ ਚੱਲਦੇ ਇੱਕ ਸਟੋਨ ਕ੍ਰੈਸ਼ਰ ਵਿੱਚ 50% ਹਿੱਸੇਦਾਰੀ ਹੈ। ਦੱਸਿਆ ਜਾਂਦਾ ਹੈ ਕਿ ਮਾਈਨਿੰਗ ਕਰਦੇ ਸਮੇਂ ਇੱਕ ਪੋਕਲੇਨ ਮਸ਼ੀਨ, ਇੱਕ ਟਿੱਪਰ ਅਤੇ ਇੱਕ ਟਰੈਕਟਰ ਟਰਾਲੀ ਨੂੰ ਵੀ ਬਰਾਮਦ ਕੀਤਾ ਗਿਆ ਸੀ। ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਹੋਣ ਵਾਲੀ ਪੋਲਿੰਗ ਨੂੰ ਦੇਖਦਿਆਂ ਸਰਕਾਰ ਨੇ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲ੍ਹੇ ਦੇ ਮਲੇਰਕੋਟਲਾ ਅਸੈਂਬਲੀ ਹਲਕੇ ਵਿੱਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ 23 ਜੂਨ ਨੂੰ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਗਿਆ। ਕਿਸੇ ਵੀ ਕਾਰੋਬਾਰ, ਵਪਾਰ, ਸਨਅਤੀ ਯੂਨਿਟ ਜਾਂ ਕਿਸੇ ਹੋਰ ਅਦਾਰੇ ਵਿੱਚ ਕੰਮ ਕਰਨ ਵਾਲੇ ਸਾਰੇ ਲੋਕਾਂ ਲਈ ਇਹ ਪੇਡ ਛੁੱਟੀ ਹੋਵੇਗੀ। ਭਾਰਤ ਅਤੇ ਦੱਖਣ ਅਫਰੀਕਾ ਵਿਚਾਲੇ 5 ਮੈਚਾਂ ਦੀ T20 ਲੜੀ ਦਾ ਚੌਥਾ ਮੈਚ ਹੁਣ ਤੋਂ ਥੋੜੀ ਦੇਰ ਬਾਅਦ ਰਾਜਕੋਟ ਵਿੱਚ ਖੇਡਿਆ ਜਾਵੇਗਾ। ਦੱਖਣ ਅਫਰੀਕਾ ਇਸ ਲੜੀ ਵਿੱਚ ਭਾਰਤ ਨਾਲੋਂ 2-1 ਨਾਲ ਅੱਗੇ ਚੱਲ ਰਿਹਾ ਹੈ। ਭਾਰਤੀ ਕ੍ਰਿਕਟ ਟੀਮ ਅੱਜ ਹੋਣ ਵਾਲੇ T20 ਮੈਚ ਵਿੱਚ ਜਿੱਤ ਹਾਸਲ ਕਰਨ ਦੇ ਮਜ਼ਬੂਤ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ ਤਾਂ ਜੋ ਲੜੀ ਵਿੱਚ ਦੱਖਣ ਅਫਰੀਕਾ ਦੀ ਬਰਾਬਰੀ ਕੀਤੀ ਜਾ ਸਕੇ। ਪੰਜਾਬ ਵਿੱਚ ਪਿਛਲੇ 2 ਦਿਨਾਂ ਦੌਰਾਨ ਹਨੇਰੀ, ਝੱਖੜ ਝੁੱਲਣ ਅਤੇ ਬਾਰਿਸ਼ ਹੋਣ ਨਾਲ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਜਲੰਧਰ ਸਮੇਤ ਕਈ ਹਿੱਸਿਆਂ ਵਿੱਚ ਅੱਜ ਦਿਨ ਵੇਲੇ ਰੁਕ-ਰੁਕ ਕੇ ਹਲਕਾ ਮੀਂਹ ਪੈਂਦਾ ਰਿਹਾ ਅਤੇ ਕਈ ਥਾਈਂ ਸੰਘਣੀ ਬੱਦਲਵਾਈ ਵੀ ਬਣੀ ਰਹੀ। ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵੱਧ 37.5 ਮਿਲੀਮੀਟਰ ਮੀਂਹ ਰੋਪੜ ਜ਼ਿਲ੍ਹੇ ਵਿੱਚ ਦਰਜ ਕੀਤਾ ਗਿਆ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ 30.8 ਮਿਲੀਮੀਟਰ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਦੁਆਬਾ, ਮਾਝਾ ਅਤੇ ਮਾਲਵਾ ਖੇਤਰਾਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ, ਗਰਜ ਚਮਕ ਨਾਲ ਛਿੱਟੇ ਜਾਂ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ।
ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ, Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ। ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਿਹਾ ਹਾਂ। ਤੁਸੀਂ ਵੀ ਜਦੋਂ ਬਾਹਰ ਜਾਓ ਤਾਂ ਮਾਸਕ ਜ਼ਰੂਰ ਲਗਾਓ। ਇਜਾਜ਼ਤ ਦਿਓ। ਨਮਸਕਾਰ।